ਹੈਲੋ ਦੋਸਤੋ, ਵੈਲਕਮ ਬੈਕ ਟੂ ਮਾਈ YouTube ਚੈਨਲ ਜੌਬ ਸਰਚ 001। ਅੱਜ ਮੈਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਇਆ ਪੰਜਾਬ ਸਿਵਲ ਜੱਜ 2022 ਦੀਆਂ ਪੋਸਟਾਂ ਬਾਰੇ, ਜਿਸ ਦਾ ਨੋਟੀਫਿਕੇਸ਼ਨ ਆ ਚੁੱਕਾ ਹੈ ਤੇ ਇਸ ਦੀ ਕੁਆਲੀਫਿਕੇਸ਼ਨ, ਵੈਕੈਂਸੀ ਡਿਟੇਲ ਤੇ ਸਿਲੇਬਸ ਕੀ ਹੈ ਉਹ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿਵਲ ਜੱਜ ਦੀਆਂ ਪੋਸਟਾਂ ਵਾਸਤੇ ਸਿਵਲ ਸਰਵਿਸਿਜ਼ ਜੁਡੀਸ਼ੀਅਲੀ ਬ੍ਰਾਂਚ ਐਗਜ਼ਾਮੀਨੇਸ਼ਨ 2022 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਦੀ ਪੋਸਟ ਦਾ ਨਾਮ ਹੈ ਸਿਵਲ ਜੱਜ ਜੂਨੀਅਰ ਡਿਵੀਜ਼ਨ ਕਮ ਜੁਡੀਸ਼ੀਅਲ ਮੈਜਿਸਟ੍ਰੇਟ। ਤੇ ਜਿਨ੍ਹਾਂ ਦੀ ਕੈਟਾਗਰੀ ਵਾਈਜ਼ ਬ੍ਰੇਕਅਪ ਤੁਹਾਡੇ ਸਾਹਮਣੇ ਹੈ। ਜਨਰਲ ਦੀਆਂ 52 ਪੋਸਟ ਨੇ, ਜਿਨ੍ਹਾਂ ਵਿੱਚੋਂ ਵੂਮਨ ਕੈਂਡੀਡੇਟ ਲਈ 17 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਨੇ, ਐਕਸ ਸਰਵਿਸਮੈਨ ਲਈ 14 ਇਨਕਲੂਡਿੰਗ 3 ਬੈਕਲੌਗ ਤੇ 6 ਪੋਸਟਾਂ ਵੂਮਨ ਕੈਂਡੀਡੇਟ ਲਈ ਰਾਖਵੀਆਂ ਨੇ। ਫਰੀडम ਫਾਈਟਰ ਦੀਆਂ 2 ਪੋਸਟਾਂ ਨੇ ਤੇ ਵੂਮਨ ਲਈ 2 ਬਾਈ ਰੋਟੇਸ਼ਨ ਰਿਜ਼ਰਵ ਨੇ। ਸਪੋਰਟਸ ਪਰਸਨ ਲਈ 5 ਪੋਸਟਾਂ ਨੇ, ਵੂਮਨ ਲਈ 1 ਪੋਸਟ ਰਾਖਵੀਂ ਹੈ। ਪਰਸਨ ਵਿਦ ਡਿਸੇਬਿਲਿਟੀ ਉਸਦੀਆਂ ਵੀ ਅਲੱਗ-ਅਲੱਗ ਕੈਟਾਗਰੀ 'ਚ, ਜਿਵੇਂ ਵਿਜ਼ੂਅਲੀ, ਹੀਅਰਿੰਗ ਤੇ ਆਰਥੋ PWD ਕੈਂਡੀਡੇਟ ਨੇ, ਉਹਨਾਂ ਦੀਆਂ ਅਲੱਗ-ਅਲੱਗ ਪੋਸਟਾਂ 3 3 1 3 1 ਐਂਡ ਵੂਮਨ ਕੈਂਡੀਡੇਟ ਲਈ 2 ਬਾਈ ਰੋਟੇਸ਼ਨ ਰਾਖਵੀਆਂ ਨੇ, 2 ਬਾਈ ਰੋਟੇਸ਼ਨ 1 ਬਾਈ ਰੋਟੇਸ਼ਨ। ਤੇ ਸ਼ਡਿਊਲ ਕਾਸਟ ਦੀਆਂ ਅਦਰਸ ਪੰਜਾਬ 16 ਪੋਸਟਾਂ, 1 ਬੈਕਲੌਗ ਤੇ ਟੋਟਲ 6 ਪੋਸਟਾਂ ਵੂਮਨ ਕੈਂਡੀਡੇਟ ਲਈ ਰਾਖਵੀਆਂ ਨੇ। ਸ਼ਡਿਊਲ ਕਾਸਟ ਅਦਰ ਐਕਸ ਸਰਵਿਸਮੈਨ ਜਾਂ ਫਿਰ ਉਹਨਾਂ ਦੇ ਡਿਪੈਂਡੈਂਟ 4 ਪੋਸਟਾਂ ਨੇ, 1 ਬੈਕਲੌਗ ਤੇ ਵੂਮਨ ਲਈ 0 ਰਾਖਵੀਆਂ ਨੇ। ਸ਼ਡਿਊਲ ਕਾਸਟ ਅਦਰ ਸਪੋਰਟਸ ਪਰਸਨ ਦੀਆਂ 2 ਪੋਸਟਾਂ ਨੇ ਤੇ 1 ਬੈਕਲੌਗ, ਵੂਮਨ ਲਈ 0 ਰਾਖਵੀਆਂ ਨੇ। ਵਾਲਮੀਕੀ ਮਜਬੀ ਸਿੱਖ ਪੰਜਾਬ ਲਈ 16 ਪੋਸਟਾਂ ਨੇ, 1 ਬੈਕਲੌਗ ਦੀ ਪੋਸਟ ਹੈ ਤੇ 6 ਪੋਸਟਾਂ ਵੂਮਨ ਕੈਂਡੀਡੇਟ ਲਈ ਰਾਖਵੀਆਂ ਨੇ। ਵਾਲਮੀਕੀ ਮਜਬੀ ਸਿੱਖ ਐਕਸ ਸਰਵਿਸਮੈਨ, ਉਹਨਾਂ ਦੀਆਂ ਵੀ 4 ਪੋਸਟਾਂ ਨੇ। ਬੈਕਵਰਡ ਕਲਾਸ ਲਈ ਪੰਜਾਬ 15 ਪੋਸਟਾਂ, ਜਿਨ੍ਹਾਂ ਚੋਂ 7 ਪੋਸਟਾਂ ਵੂਮਨ ਕੈਂਡੀਡੇਟ ਲਈ ਰਾਖਵੀਆਂ ਨੇ। ਬੈਕਵਰਡ ਕਲਾਸ ਇਕਨੋਮਿਕਲ ਐਕਸ ਸਰਵਿਸਮੈਨ ਦੀਆਂ 3 ਪੋਸਟਾਂ, ਜਿਨ੍ਹਾਂ ਚੋਂ ਵੂਮਨ ਲਈ 0 ਰਾਖਵੀਆਂ ਨੇ। ਇਕਨੋਮਿਕਲੀ ਵੀਕਰ ਸੈਕਸ਼ਨ ਦੀਆਂ ਪੰਜਾਬ ਦੀਆਂ 16 ਪੋਸਟਾਂ ਤੇ ਜਿਨ੍ਹਾਂ ਚੋਂ 4 ਪੋਸਟਾਂ ਵੂਮਨ ਕੈਂਡੀਡੇਟ ਲਈ ਰਾਖਵੀਆਂ ਨੇ। ਤੇ ਪੰਜਾਬ ਸਿਵਲ ਸਰਵਿਸਿਜ਼ ਰਿਜ਼ਰਵੇਸ਼ਨ ਆਫ ਪੋਸਟ ਫੋਰ ਵੂਮਨ ਰੂਲਸ 2022 ਦੇ ਅਕੋਰਡਿੰਗ 33% ਪੋਸਟਾਂ ਵੂਮਨਸ ਕੈਂਡੀਡੇਟ ਲਈ ਰਾਖਵੀਆਂ ਨੇ, ਜੋ ਕਿ ਅਨੈਕਸਚਰ 1 'ਚ ਅਟੈਚ ਨੇ। ਜਨਰਲ ਇਨਫੋਰਮੇਸ਼ਨ ਫੋਰ ਕੈਂਡੀਡੇਟ ਟੋਟਲ 159 ਪੋਸਟ ਨੇ ਤੇ 55 ਪੋਸਟਾਂ ਜਿਹੜੀਆਂ ਵੂਮਨ ਕੈਂਡੀਡੇਟ ਲਈ ਰਾਖਵੀਆਂ ਨੇ। ਤੇ ਕੈਂਡੀਡੇਟ ਆਨਲਾਈਨ ਐਪਲੀਕੇਸ਼ਨ ਫਾਰਮ ਭਰਨਗੇ ਤੇ ਹੋਰ ਕੋਈ ਮੋਡ ਰਾਹੀਂ ਐਪਲੀਕੇਸ਼ਨ ਸਵੀਕਾਰ ਨਹੀਂ ਹੋਵੇਗੀ। ਤੇ ਡਿਟੇਲਸ ਆਫ ਐਗਜ਼ਾਮੀਨੇਸ਼ਨ ਡਿਟੇਲ, ਜੋ ਪਹਿਲਾਂ ਪ੍ਰੀਲਿਮਿਨਰੀ ਐਗਜ਼ਾਮ ਹੋਵੇਗਾ, ਫਿਰ ਮੇਨ ਐਗਜ਼ਾਮ ਹੋਵੇਗਾ, ਫਿਰ ਇੰਟਰਵਿਊ ਜਾਂ ਪਰਸਨੈਲਿਟੀ ਟੈਸਟ ਕਹਿ ਸਕਦੇ ਹਾਂ ਆਪਾਂ ਨੂੰ, ਉਹ ਲਿਆ ਜਾਵੇਗਾ। ਜਿਵੇਂ ਪ੍ਰੀਲਿਮਿਨਰੀ ਐਗਜ਼ਾਮ ਹੋਵੇਗਾ, ਪ੍ਰੀਲਿਮਿਨਰੀ ਐਗਜ਼ਾਮ ਆਬਜੈਕਟਿਵ ਟਾਈਪ ਹੋਵੇਗਾ, ਕੰਪਿਊਟਰ ਬੇਸਡ ਟੈਸਟ ਵਿਦ MCQ ਕੁਐਸਚਨ, 125 ਕੁਐਸਚਨ ਹੋਣਗੇ ਇਸ ਵਿੱਚ ਤੇ ਹਰੇਕ ਕੁਐਸਚਨ ਦੇ 4 ਨੰਬਰ ਹੋਣਗੇ ਤੇ ਟੋਟਲ ਜਿਹੜੇ ਮਾਰਕਸ 500 ਦਾ ਟੈਸਟ ਹੋਵੇਗਾ ਤੇ ਜੋ ਟਾਈਮ ਡਿਊਰੇਸ਼ਨ ਹੋਵੇਗਾ ਉਹ 2 ਘੰਟੇ ਹੋਵੇਗਾ। ਇਸ ਤੋਂ ਇਲਾਵਾ ਇਸ ਦੀ ਨੈਗੇਟਿਵ ਮਾਰਕਿੰਗ ਜੋ 0.20% ਜਾਂ ਫਿਰ 1/5 ਮਾਰਕਸ ਸ਼ੈਲ ਬੀ ਡਿਡਕਟਡ ਫੋਰ ਐਵਰੀ ਰੋਂਗ ਕੁਐਸਚਨ, ਤਾਂ ਉਹ ਇਸ ਤੋਂ ਇਲਾਵਾ ਜੋ ਕੁਐਸਚਨ ਅਨਅਟੈਂਪਟ ਨੇ ਉਹਨਾਂ ਦੀ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਤੇ ਧਿਆਨ ਰੱਖਣਾ, ਨੈਗੇਟਿਵ ਮਾਰਕਿੰਗ ਵੀ ਹੈ, ਸੋ ਉਸ ਹਿਸਾਬ ਨਾਲ ਹੀ ਤੁਸੀਂ ਅਟੈਂਪਟ ਕਰਨੇ ਨੇ ਕੁਐਸਚਨ। ਆਬਜੈਕਟਿਵ ਜੋ ਕੁਐਸਚਨ MCQ ਜਾਂ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਦਾ ਮੇਨ ਪਰਪਸ ਕੀ ਹੈ, ਟੂ ਸ਼ਾਰਟਲਿਸਟ ਦਾ ਕੈਂਡੀਡੇਟ ਫੋਰ ਮੇਨ ਐਗਜ਼ਾਮ। ਇਸ ਦਾ ਫਾਈਨਲ ਮੈਰਿਟ ਦੇ ਵਿੱਚ ਜੋ ਨੰਬਰ ਆਉਣਗੇ ਉਸ ਦੇ ਵਿੱਚ ਨਹੀਂ ਜੋੜੇ ਜਾਣਗੇ। ਸੋ ਇਹ ਸਿਰਫ ਸ਼ਾਰਟ ਲਿਸਟਿੰਗ ਦਾ ਇੱਕ ਪ੍ਰੋਸੈਸ ਹੈ, ਤਾਂ ਕਿ ਮੇਨ ਐਗਜ਼ਾਮ ਲਈ ਜੋ ਕੈਂਡੀਡੇਟਸ ਨੇ ਉਹ ਇਸ ਪ੍ਰੋਸੈਸ ਰਾਹੀਂ ਸ਼ਾਰਟ ਲਿਸਟ ਕੀਤੇ ਜਾਣ ਤੇ ਇਹ ਮਾਰਕਸ ਫਾਈਨਲ ਮੈਰਿਟ 'ਚ ਨਹੀਂ ਜੋੜੇ ਜਾਣਗੇ। ਮਿਨੀਮਮ ਪਾਸਿੰਗ ਮਾਰਕਸ ਨੇ ਜੋ ਉਹ 150 ਨੇ 500 ਦੇ ਵਿੱਚੋਂ, ਤੇ 100 ਰਿਜ਼ਰਵ ਕੈਟਾਗਰੀ, ਅਲੱਗ-ਅਲੱਗ ਜੋ ਵੀ ਕੈਟਾਗਰੀ ਦੇ ਵਿੱਚ ਰਿਜ਼ਰਵੇਸ਼ਨ ਦੇ ਅਕੋਰਡਿੰਗ 100 ਮਾਰਕਸ ਪਾਸਿੰਗ ਨੇ। ਤੇ ਜੋ ਟੋਟਲ ਨੰਬਰ ਆਫ ਕੈਂਡੀਡੇਟਸ ਮੇਨ ਐਗਜ਼ਾਮ ਲਈ ਜਾਣਗੇ ਉਹ 10 ਟਾਈਮਸ ਹੋਣਗੇ, ਜਿੰਨੀਆਂ ਨੰਬਰ ਆਫ ਪੋਸਟ ਨੇ ਹਰੇਕ ਕੈਟਾਗਰੀ ਵਾਈਜ਼। ਤੇ ਟੋਟਲ 159 ਨੇ ਤੇ ਲਗਭਗ 1590 ਸਟੂਡੈਂਟ ਸ਼ਾਰਟ ਲਿਸਟ ਇਸ ਪ੍ਰੋਸੈਸ ਰਾਹੀਂ ਕੀਤੇ ਜਾਣਗੇ। ਤੇ ਅੱਗੇ ਲੈ ਚੱਲਦੇ ਹਾਂ। ਇਫ ਜੇ ਕੋਈ ਟਾਈ ਕੇਸ ਆਉਂਦਾ ਆ ਤਾਂ ਜੋ ਲਾਸਟ ਨੰਬਰ 'ਤੇ ਕੈਂਡੀਡੇਟਸ ਹੋਣਗੇ ਪ੍ਰੀਲਿਮਿਨਰੀ ਐਗਜ਼ਾਮ 'ਚ, ਤਾਂ ਉਹਨਾਂ ਨੂੰ ਪ੍ਰੋਵਿਜ਼ਨਲੀ ਐਲੀਜੀਬਲ ਗਿਣਿਆ ਜਾਊਗਾ ਮੇਨ ਐਗਜ਼ਾਮ ਲਈ, ਤਾਂ ਕਿ ਉਹਨਾਂ ਨੂੰ ਵੀ ਚਾਂਸ ਮਿਲ ਸਕੇ। ਤੇ ਇਸ ਤੋਂ ਇਲਾਵਾ ਜੇ ਕੋਈ ਕੈਂਡੀਡੇਟ ਇੰਪਲਾਈਡ ਹੈ ਤਾਂ ਉਹਨੂੰ ਹਾਰਡ ਕਾਪੀ ਆਫ ਆਨਲਾਈਨ ਐਪਲੀਕੇਸ਼ਨ ਫਾਰਮ PPSC ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੀ ਪਵੇਗੀ। ਤੇ ਮੇਨ ਐਗਜ਼ਾਮ ਲਈ ਵੀ NOC ਫਰੋਮ ਇੰਪਲਾਇਰ ਮਸਟ ਹੈ, ਜਿਹੜੇ ਵੀ ਕੈਂਡੀਡੇਟਸ ਗਵਰਨਮੈਂਟ ਇੰਪਲਾਈ ਨੇ ਆਲਰੇਡੀ। ਤੇ ਮੇਨ ਐਗਜ਼ਾਮ 'ਤੇ ਚੱਲਦੇ ਹਾਂ। ਮੇਨ ਐਗਜ਼ਾਮ ਜੋ ਹੋਵੇਗਾ, ਓਨਲੀ ਦੋਜ਼ ਕੈਂਡੀਡੇਟ ਹੂ ਆਰ ਡਿਕਲੇਅਰਡ ਸਕਸੈਸਫੁਲ ਔਨ ਦਾ ਬੇਸਿਸ ਆਫ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਸ਼ੈਲ ਬੀ ਕਾਲਡ ਫੋਰ ਮੇਨ ਐਗਜ਼ਾਮੀਨੇਸ਼ਨ। ਤਾਂ ਇਹਦੇ ਜਿਹੜੇ ਟੋਟਲ ਪੇਪਰ 1, ਪੇਪਰ 2, ਪੇਪਰ 3, ਪੇਪਰ 4, ਪੇਪਰ 5 ਹੋਵੇਗਾ। ਪੇਪਰ 1 ਦੇ ਵਿੱਚ ਕੋਡ ਆਫ ਸਿਵਲ ਪ੍ਰੋਸੀਜਰ, ਪੰਜਾਬ ਕੋਰਸ, ਜੋ ਵੀ ਤੁਹਾਡੇ ਸਿਲੇਬਸ ਦੇ ਨਾਲ ਰਿਲੇਟਡ, ਇਹਦੇ ਵਿੱਚ ਤੁਹਾਡੇ ਕੋਲ ਕੁਐਸਚਨ 200 ਮਾਰਕਸ ਦਾ ਸਬਜੈਕਟਿਵ ਟਾਈਪ ਹੋਵੇਗਾ। ਪੇਪਰ 2 ਵੀ ਹਿੰਦੂ ਲਾ ਜਾਂ ਫਿਰ ਲਾ ਆਫ ਰਜਿਸਟ੍ਰੇਸ਼ਨ ਐਂਡ ਲਿਮਿਟੇਸ਼ਨ, ਤੇ ਇਹਦੇ ਵੀ 200 ਮਾਰਕਸ ਨੇ। ਪੇਪਰ 3 ਦੇ ਕ੍ਰਿਮੀਨਲ ਲਾ ਤੇ ਪੇਪਰ 4 ਇੰਗਲਿਸ਼ ਲੈਂਗੁਏਜ, ਇਸ ਦੇ ਵੀ 200 ਮਾਰਕਸ ਨੇ। ਪੇਪਰ 5 ਜੋ ਹੋਵੇਗਾ ਉਹ ਪੰਜਾਬੀ ਲੈਂਗੁਏਜ ਦਾ ਹੋਵੇਗਾ, ਪੰਜਾਬੀ ਇਨ ਗੁਰਮੁਖੀ ਸਕ੍ਰਿਪਟ, ਇਹ 150 ਮਾਰਕਸ ਦਾ ਹੋਵੇਗਾ। ਤੇ ਪੇਪਰ 5 ਚੋਂ 33% ਮਾਰਕਸ ਪਾਸਿੰਗ ਮਾਰਕਸ ਲੈਣੇ ਲਾਜ਼ਮੀ ਨੇ। ਤੇ ਟੋਟਲ ਮੇਨ ਜੋ ਐਗਜ਼ਾਮ ਹੋਵੇਗਾ ਉਹ 950 ਨੰਬਰ ਦਾ ਹੋਵੇਗਾ। ਤਾਂ ਧਿਆਨ ਰੱਖਣਾ ਤੁਹਾਨੂੰ ਪੈਣਾ, ਹਰੇਕ ਪੇਪਰ 1 to 4 200 ਮਾਰਕਸ ਨੇ, ਪੇਪਰ 5 ਦੇ 150 ਮਾਰਕਸ ਨੇ, ਆਊਟ ਆਫ ਵਿੱਚ 100 ਮਾਰਕਸ ਸ਼ੈਲ ਬੀ ਫੋਰ ਐਸੇ ਰਾਈਟਿੰਗ ਤੇ 50 ਮਾਰਕਸ ਫੋਰ ਲੈਂਗੁਏਜ ਐਂਡ ਗ੍ਰਾਮਰ। ਓਨਲੀ
ਦਾ ਲਾ ਪੇਪਰਸ ਆਰ ਰਿਕੁਆਇਰਡ ਟੂ ਬੀ ਅਟੈਂਪਟਡ ਇਨ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਤੁਹਾਡਾ ਜਿਹੜਾ ਪੇਪਰ ਉਹ ਲਿਆ ਜਾਵੇਗਾ ਤੇ ਮਸਟ ਹੈ। ਗੁਰਮੁਖੀ ਸਕ੍ਰਿਪਟ ਦੇ ਵਿੱਚੋਂ 33% ਨੰਬਰ ਲੈਣੇ ਲਾਜ਼ਮੀ ਨੇ ਤੇ ਜੋ ਸਕ੍ਰਿਪਟ ਹੋਵੇਗੀ ਉਹ 10ਵੀਂ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਇਕੁਇਲੈਂਟ ਲੈਵਲ ਦੀ ਹੋਵੇਗੀ। ਜੋ ਵੀ ਕੈਂਡੀਡੇਟਸ 33% ਮਾਰਕਸ ਨਹੀਂ ਲੈਂਦਾ ਤਾਂ ਉਸ ਨੂੰ ਐਲੀਜੀਬਲ ਨਹੀਂ ਗਣਿਆ ਜਾਵੇਗਾ ਅਗਲੇ ਪ੍ਰੋਸੈਸ ਵਾਸਤੇ। ਤੇ ਇਸ ਤੋਂ ਬਾਅਦ ਪਰਸਨੈਲਿਟੀ ਟੈਸਟ ਜਾਂ ਫਿਰ ਇੰਟਰਵਿਊ ਇੱਕ ਕਿਉਂ ਲਈ ਜਾਣੀ ਇੰਟਰਵਿਊ, ਤਾਂ ਕਿ ਬੰਦੇ ਦੀ ਇੰਟੈਲੀਜੈਂਸ ਜਾਂ ਫਿਰ ਜਨਰਲ ਆਊਟਲੁੱਕ ਵਾਸਤੇ ਰੱਖੀ ਗਈ, ਜਿਸ ਦੇ 100 ਮਾਰਕਸ ਨੇ। ਕਿਸੇ ਵੀ ਕੈਂਡੀਡੇਟ ਨੂੰ ਉਦੋਂ ਤੱਕ ਇੰਟਰਵਿਊ ਲਈ ਨਹੀਂ ਕਾਲ ਕੀਤੀ ਜਾਊਗੀ ਜਦ ਤੱਕ ਉਹ 50% ਕੁਆਲੀਫਾਈਂਗ ਮਾਰਕਸ ਪ੍ਰਾਪਤ ਨਹੀਂ ਕਰਦਾ ਤੇ ਪੇਪਰ 5 ਜੋ 33% ਮਾਰਕਸ ਲੈਣੇ ਲਾਜ਼ਮੀ ਨੇ ਉਹ ਕਲੀਅਰ ਨਹੀਂ ਕਰਦਾ। ਤੋ ਸੋ ਧਿਆਨ ਰੱਖਣਾ ਇਸ ਦਾ ਵੀ। ਤੇ ਕੈਟਾਗਰੀਜ਼ ਵਾਈਜ਼ ਜਿਵੇਂ SC ST BC ਫਿਜ਼ੀਕਲ ਹੈਂਡੀਕੈਪਡ ਲਈ 45% ਮਾਰਕਸ ਲੈਣੇ ਲਾਜ਼ਮੀ ਨੇ। ਤੋ ਨੋ ਕੈਂਡੀਡੇਟ ਸ਼ੈਲ ਬੀ ਕੰਸੀਡਰ ਟੂ ਹੈਵ ਕੁਆਲੀਫਾਈਡ ਫॉर ਅਪਾਇੰਟਮੈਂਟ ਔਨ ਦਾ ਬੇਸਿਸ ਆਫ ਮਾਰਕਸ ਸਿਕਿਉਰਡ ਓਨਲੀ ਇਨ ਦਾ ਮੇਨ ਐਗਜ਼ਾਮੀਨੇਸ਼ਨ ਅਨਲੈਸ ਸ਼ੀ ਔਰ ਹੀ ਅਪੀਅਰਸ ਫॉर ਇੰਟਰਵਿਊ ਔਰ ਪਰਸਨੈਲਿਟੀ ਟੈਸਟ। ਉਦੋਂ ਤੱਕ ਉਹਨੂੰ ਆਪਾਂ ਅਪਾਇੰਟਮੈਂਟ ਲਈ ਕੁਆਲੀਫਾਈਡ ਨਹੀਂ ਮੰਨਦੇ ਜਦੋਂ ਤੱਕ ਉਹ ਆਪਣਾ ਮੇਨ ਐਗਜ਼ਾਮ ਕਲੀਅਰ ਕਰ ਲੈਂਦਾ ਆ ਪਰ ਪਰਸਨੈਲਿਟੀ ਟੈਸਟ ਕਲੀਅਰ ਨਹੀਂ ਕਰਦਾ। ਜੋ ਪੇ ਸਕੇਲ ਹੈ ਇਸ ਦਾ 27,700 ਰੁਪਏ ਤੋਂ 44,770 ਰੁਪਏ ਹੈ ਤੇ ਟਾਈਮ ਟੂ ਟਾਈਮ ਜੋ ਵੀ ਰਿਵੀਜ਼ਨ ਹੁੰਦੀ ਹੈ ਉਹ ਲਾਗੂ ਹੋਵੇਗੀ। ਕੁਆਲੀਫਿਕੇਸ਼ਨ ਇਹਦੀ ਅਸੈਂਸ਼ੀਅਲ ਕੁਆਲੀਫਿਕੇਸ਼ਨ 10/10/2022 ਤੱਕ ਡਿਗਰੀ ਇਨ ਬੈਚਲਰ ਆਫ ਲਾ ਆਫ ਐਨੀ ਯੂਨੀਵਰਸਿਟੀ ਇਨ corporated by law in India or a degree of Bachelor of Laws of Punjab University undivided। ਐਂਡ ਹੋਰ ਵੀ ਇਹਦੇ ਵਿੱਚ ਕਾਫੀ ਯੂਨੀਵਰਸਿਟੀਜ਼ ਲਿਖੀਆਂ ਨੇ ਤੇ ਜਿਵੇਂ ਆਇਰਲੈਂਡ ਔਰ ਮੈਂਬਰ ਆਫ ਦਾ ਫੈਕਲਟੀ ਆਫ ਐਡਵੋਕੇਟਸ ਆਫ ਸਕਾਟਲੈਂਡ ਤੋਂ। ਇਸ ਤੋਂ ਇਲਾਵਾ ਪੰਜਾਬੀ ਪਾਸ ਹੋਣਾ 10ਵੀਂ ਜਾਂ ਇਕੁਇਲੈਂਟ ਸਟੈਂਡਰਡ ਤੱਕ ਮਸਟ ਹੈ। ਜੋ ਵੀ ਡਿਫੈਂਸ ਸਰਵਿਸ ਪਰਸਨਲ ਨੇ ਬੋਨਾਫਾਈਡ ਆਫ ਰੈਜ਼ੀਡੈਂਟ ਆਫ ਪੰਜਾਬ ਸਟੇਟ is appointed by direct recruitment, he shall have to pass an examination of Punjabi language or equivalent to matriculation standard or he shall to qualify a test conducted by the language wing of the Department of Education of Punjab government within a period of 2 years from the date of appointment। 2 ਸਾਲ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਤੇ ਤੁਹਾਨੂੰ ਪੰਜਾਬੀ ਦਾ ਜੋ ਟੈਸਟ ਹੈ ਜਾਂ ਪੰਜਾਬੀ ਲੈਂਗੁਏਜ ਦਾ ਟੈਸਟ ਹੈ ਪੰਜਾਬ ਸਰਕਾਰ ਦੁਆਰਾ ਲਿਆ ਜਾਂਦਾ ਜਾਂ ਐਜੂਕੇਸ਼ਨ ਡਿਪਾਰਟਮੈਂਟ ਦੁਆਰਾ ਤਾਂ ਉਹ ਕਲੀਅਰ ਕਰਨਾ ਹੀ ਹੋਵੇਗਾ। ਨੰਬਰ ਆਫ ਅਟੈਂਪਟ ਕਿੰਨੇ ਨੇ? ਐਕਸ ਸਰਵਿਸਮੈਨ ਵਾਸਤੇ 3 ਨੰਬਰ ਆਫ ਅਟੈਂਪਟ ਨੇ। ਇਹਦੇ ਵਾਸਤੇ ਡੈਕਲੇਰੇਸ਼ਨ ਵੀ ਦੇਣੀ ਹੋਵੇਗੀ ਭਾਵੇਂ ਕਿ ਤੁਸੀਂ ਪ੍ਰੀਲਿਮਿਨਰੀ ਐਗਜ਼ਾਮ ਹੀ ਦਿੱਤਾ ਤਾਂ ਉਹਨੂੰ ਇੱਕ ਅਟੈਂਪਟ ਮੰਨਿਆ ਜਾਵੇਗਾ ਵੀ 0 1 ਜਾਂ 2 ਜਾਂ 3 ਕਿੰਨੇ ਵੀ ਤੁਸੀਂ ਅਟੈਂਪਟ ਕੀਤੇ ਉਹਦੇ ਵਾਸਤੇ ਡੈਕਲੇਰੇਸ਼ਨ ਐਕਸ ਸਰਵਿਸਮੈਨ ਵਾਸਤੇ ਮਸਟ ਹੈ। ਏਜ ਜੋ ਹੋਵੇਗੀ 21 ਸਾਲ ਤੋਂ ਲੈ ਕੇ 37 ਸਾਲ। ਲਾਸਟ ਡੇਟ ਆਫ ਸਬਮਿਸ਼ਨ ਆਫ ਐਪਲੀਕੇਸ਼ਨ ਫਾਰਮ 10/10/2022 ਤੱਕ। ਏਜ 21 ਤੋਂ ਲੈ ਕੇ 37 ਤੱਕ। ਅਪਰ ਏਜ ਲਿਮਿਟ ਰਿਲੈਕਸ ਟੂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਆਫ ਆਰ ਸਟੇਟ ਐਂਡ ਬੈਕਵਰਡ ਕਲਾਸ ਓਨਲੀ ਆਫ ਪੰਜਾਬ 42 years से। ਤੇ ਅਪਰ ਏਜ ਲਿਮਿਟ ਇਜ਼ ਰਿਲੈਕਸੇਬਲ ਟੂ 45 years ਟੂ ਪੰਜਾਬ ਗਵਰਨਮੈਂਟ EMPLOYEES। ਵੱਖਰੇ ਵੱਖਰੇ ਜੋ ਬੋਰਡਸ ਜਾਂ ਕਾਰਪੋਰੇਸ਼ਨ ਜਾਂ ਕਮਿਸ਼ਨ ਦੇ ਵਿੱਚ ਪੰਜਾਬ ਗਵਰਨਮੈਂਟ ਦੇ EMPLOYE ਲੱਗੇ ਨੇ ਤਾਂ ਉਹਨਾਂ ਵਾਸਤੇ 45 years ਜਿਹੜੀ ਏਜ ਰਿਲੈਕਸੇਬਲ ਹੈ। ਐਕਸ ਸਰਵਿਸਮੈਨ ਨੂੰ ਵੀ ਇਸ ਦੇ ਵਿੱਚ ਰਿਲੈਕਸੇਸ਼ਨ ਹੈ। ਤੇ ਇਸ ਤੋਂ ਇਲਾਵਾ ਆਲਸੋ ਰਿਲੈਕਸ ਟੂ ਵਿਡੋ ਡਿਵੋਰਸੀ ਲੇਡੀ ਐਂਡ ਸਰਟਨ ਅਦਰ ਕੈਟਾਗਰੀਜ਼ ਆਫ ਵੂਮਨਸ। ਤੇ ਅਪਰ ਏਜ ਲਿਮਿਟ PWD ਵਾਸਤੇ 47 years ਜਿਹੜੇ ਪੰਜਾਬ ਦੇ ਵਸਨੀਕ ਨੇ। ਨੈਸ਼ਨੈਲਿਟੀ ਮਸਟ ਵੀ ਇੰਡੀਅਨ ਸਿਟੀਜ਼ਨ ਆਫ ਨੇਪਾਲ ਔਰ ਸਬਜੈਕਟ ਆਫ ਭੂਟਾਨ। ਤਿਬਤਨ ਰੈਫਿਊਜੀ ਹੂ ਕੇਮ ਓਵਰ ਇੰਡੀਆ ਬਿਫੋਰ 1 ਜਨਵਰੀ 1962 ਤੋਂ ਪਹਿਲਾਂ। ਤੇ ਜੋ ਸਬਮਿਸ਼ਨ ਆਫ ਐਪਲੀਕੇਸ਼ਨ ਉਹ ਆਨਲਾਈਨ ਹੋਵੇਗੀ ਉਸ ਦੇ ਲਈ ਵੈਬਸਾਈਟ ppsc.gov.in। ਨੋ ਅਦਰ ਮੋਡ ਆਫ ਐਪਲੀਕੇਸ਼ਨ ਵਿਲ ਬੀ ਅਸੈਪਟਡ। ਤੇ ਲਾਸਟ ਡੇਟ ਆਨਲਾਈਨ ਐਪਲੀਕੇਸ਼ਨ ਫੀਸ ਦੀ 10/10/2022 ਹੈ। ਤੇ ਸ਼ਡਿਊਲ ਫॉर ਫਿਲਿੰਗ ਐਪਲੀਕੇਸ਼ਨ ਫੀਸ ਐਂਡ ਐਗਜ਼ਾਮੀਨੇਸ਼ਨ ਫੀਸ ਬਾਈ ਯੂਜ਼ਿੰਗ ਆਨਲਾਈਨ ਮੋਡ ਆਫ ਪੇਮੈਂਟ 17/10/2022 ਹੈ। ਤੇ ਤੁਸੀਂ ਧਿਆਨ ਰੱਖਣਾ ਇਹਨਾਂ ਤਰੀਕਾਂ ਦਾ। ਇਸ ਤੋਂ ਇਲਾਵਾ ਸੈਲਫ ਟੈਸਟਡ ਸਰਟੀਫਿਕੇਟ ਸ਼ੈਲ ਬੀ ਸਬਮਿਟਡ ਬਾਈ ਕੈਂਡੀਡੇਟ ਅਲੋਂਗ ਵਿਦ ਹਾਰਡ ਕਾਪੀ ਆਫ ਦਾ ਐਪਲੀਕੇਸ਼ਨ ਫਾਰਮ ਆਫਟਰ ਡੈਕਲੇਰੇਸ਼ਨ ਆਫ ਰਿਜ਼ਲਟ ਆਫ ਮੇਨ ਰਿਟਨ ਐਗਜ਼ਾਮੀਨੇਸ਼ਨ। ਤਾਂ ਕਿਹੜੀਆਂ ਕਾਪੀਜ਼ ਤੁਹਾਨੂੰ ਸੈਲਫ ਟੈਸਟਡ? ਪ੍ਰੂਫ ਆਫ ਡੇਟ ਆਫ ਬਰਥ ਸਰਟੀਫਿਕੇਟ ਔਰ ਮੈਟ੍ਰਿਕੂਲੇਸ਼ਨ ਸਰਟੀਫਿਕੇਟ, proof of pass of Punjabi language, relevant degree and DMC certificate, reserve category certificate, experience certificate if any, if ex-serviceman, date of enrollment, date of discharge or release or reason of discharge, certificate as a proof of age relaxation if applicable। ਤੇ ਇਸ ਤੋਂ ਇਲਾਵਾ proof of being government employee। ਤਾਂ ਇਹ ਮਸਟ ਹੈ। ਜਦੋਂ ਤੁਸੀਂ ਟੈਸਟ ਪਾਸ ਕਰ ਲੈਂਦੇ ਤਾਂ ਇਹ ਤੁਹਾਨੂੰ ਜਮ੍ਹਾਂ ਕਰਾਉਣੇ ਪੈਣਗੇ। ਤੇ ਇਸ ਤੋਂ ਇਲਾਵਾ ਐਪਲੀਕੇਸ਼ਨ ਫੀਸ ਕੀ ਹੈ? ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਆਫ ਆਲ ਸਟੇਟ ਐਂਡ ਬੈਕਵਰਡ ਕਲਾਸ ਆਫ ਪੰਜਾਬ ਲਈ ਆਨਲਾਈਨ ਐਪਲੀਕੇਸ਼ਨ ਚਾਰਜਸ 500 ਤੇ ਐਗਜ਼ਾਮੀਨੇਸ਼ਨ ਫੀਸ 250 ਰੁਪਏ ਤੇ ਟੋਟਲ 750 ਰੁਪਏ ਫੀਸ ਲੱਗੇਗੀ। ਇਸ ਤੋਂ ਇਲਾਵਾ ਐਕਸ ਸਰਵਿਸਮੈਨ ਆਫ ਪੰਜਾਬ ਸਟੇਟ ਓਨਲੀ 500 ਫੀਸ ਲੱਗੇਗੀ। ਇਸ ਤੋਂ ਇਲਾਵਾ ਇਕਨੋਮਿਕਲੀ ਵੀਕਰ ਸੈਕਸ਼ਨ ਐਂਡ ਪਰਸਨਸ ਵਿਦ ਡਿਸੇਬਿਲਿਟੀ ਐਂਡ ਲੀਨੀਅਰ ਡਿਸਟੈਂਸ ਆਫ ਐਕਸ ਸਰਵਿਸਮੈਨ ਉਸ ਦੀ ਫੀਸ ਵੀ 500 ਹੀ ਰੱਖੀ ਗਈ ਹੈ। ਆਲ ਅਦਰ ਕੈਟਾਗਰੀਜ਼ ਜਨਰਲ ਸਪੋਰਟਸ ਪਰਸਨ ਆਫ ਪੰਜਾਬ ਐਂਡ ਵਾਰਡਸ ਆਫ ਫਰੀडम फाइटर ਪੰਜਾਬ 1500 ਰੁਪਏ ਐਗਜ਼ਾਮੀਨੇਸ਼ਨ ਫੀਸ ਟੋਟਲ ਜੋ ਰੱਖੀ ਗਈ ਹੈ। ਤੇ ਇਸ ਤੋਂ ਇਲਾਵਾ ਕੈਂਡੀਡੇਟਸ ਦੇ ਲਈ ਜਨਰਲ ਗਾਈਡਲਾਈਨਸ ਨੇ ਕਿਵੇਂ ਅਪਲਾਈ ਕਰਨਾ ਹੈ ਉਹ ਇਸ ਨੋਟੀਫਿਕੇਸ਼ਨ 'ਚ ਤੁਸੀਂ ppsc.gov.in 'ਤੇ ਜਾ ਕੇ ਦੇਖ ਸਕਦੇ ਹੋ। ਸਰਟੀਫਿਕੇਟਸ ਦੇ ਵੀ ਫਾਰਮੈਟ ਦਿੱਤੇ ਨੇ। ਵੱਖਰੇ ਜੋ ਸਰਟੀਫਿਕੇਟ ਨੇ ਉਹ ਇਸ ਦੇ ਵਿੱਚ ਉਸਦੇ ਫਾਰਮੈਟ ਵੀ ਤੁਹਾਨੂੰ ਮਿਲ ਜਾਣਗੇ। ਤੇ ਤੁਸੀਂ ਜਲਦੀ ਤੋਂ ਜਲਦੀ ਜਦੋਂ ਵੀ ਇਹ ਪੋਸਟਾਂ ਲਈ ਸਟਾਰਟ ਹੁੰਦੀ ਹੈ ਐਪਲੀਕੇਸ਼ਨ ਤਾਂ ਉਹ ਭਰ ਕੇ ਤੁਸੀਂ ਇਹਨਾਂ ਪੋਸਟਾਂ ਵਾਸਤੇ ਟੈਸਟ ਦੇ ਸਕਦੇ ਹੋ।
ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ। ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਉਹ ਜਲਦੀ ਤੋਂ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਤੁਹਾਨੂੰ ਗਵਰਨਮੈਂਟ ਜੌਬ ਅਤੇ ਪ੍ਰਾਈਵੇਟ ਜੌਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਮਿਲ ਸਕਣ ਅਤੇ ਤੁਸੀਂ ਇਸ ਜਾਣਕਾਰੀ ਦਾ ਲਾਭ ਉਠਾ ਸਕੋ। ਤੇ ਇਨ੍ਹਾਂ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ, ਫਿਰ ਮਿਲਾਂਗੇ। ਧੰਨਵਾਦ।